Hello everyone, welcome to Victor's Knowledge. This is Chinu Sharma. So today we are going to take up important discussion lecture related to Punjab Police recruitment. ਨਿਊਜ਼ਪੇਪਰ ਦੇ ਵਿੱਚ ਰੀਸੈਂਟਲੀ ਆਇਆ ਸੀ ਕਿ 31 ਅਗਸਤ ਤੋਂ ਬਾਅਦ ਆਪਾਂ ਨੂੰ ਜਿਹੜੇ 3-4 ਪੈਂਡਿੰਗ ਤੇ ਨਵੇਂ ਰਿਕਰੂਟਮੈਂਟਸ ਨੇ ਪੰਜਾਬ ਪੁਲਿਸ ਦੀਆਂ ਐਡੀਸ਼ਨਲ ਪੋਸਟ ਕੱਢੀਆਂ ਨੇ ਉਹ ਸਾਰੀਆਂ ਦੀਆਂ ਨੋਟੀਫਿਕੇਸ਼ਨਸ ਨਾਲ ਸਤੰਬਰ ਮਹੀਨੇ 'ਚ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਤੇ ਆਪਾਂ ਐਕਸਪੈਕਟ ਕਰ ਸਕਦੇ ਹਾਂ ਕਿ ਪੇਪਰ ਇਹਦਾ ਨਵੰਬਰ ਦਸੰਬਰ ਦੇ ਰਾਉਂਡ ਹੋ ਜਾਊਗਾ ਐਟਲੀਸਟ ਸਟਾਰਟ ਹੋ ਜਾਣਗੇ ਜੇ ਬਾਈ ਚਾਂਸ ਪੇਪਰ ਅਗਲੇ ਸਾਲ ਫਰਵਰੀ ਤੱਕ ਵੀ ਜਾਂਦੇ ਨੇ ਤਾਂ ਇੱਕ ਇੱਕ ਕਰਕੇ ਕਿਉਂਕਿ ਆਪਾਂ ਨੂੰ ਪਤਾ ਹੈ 4-5 ਅਲੱਗ-ਅਲੱਗ ਪੋਸਟਾਂ ਦੇ ਨੇ ਸਬ ਇੰਸਪੈਕਟਰ ਕਾਂਸਟੇਬਲ ਹੋ ਗਿਆ TSS ਕੇਡਰ ਹੋ ਗਿਆ ਤੇ ਇੱਕ ਹੁਣ ਜਿਹੜਾ ਇਹ ਪੇਪਰ ਹੈ ਹੈਡ ਕਾਂਸਟੇਬਲ ਇਨਵੈਸਟੀਗੇਸ਼ਨ ਕੇਡਰ ਪਿਛਲੇ ਸਾਲ ਹੋਇਆ ਸੀ ਮਾਲ ਪ੍ਰੈਕਟਿਸਿਸ ਚੀਟਿੰਗ ਦੇ ਕਾਫੀ ਕੇਸਿਸ ਆਏ ਸੀ ਜਿਹਦੇ ਕਰਕੇ ਇਹਨੂੰ ਸਕ੍ਰੈਪ ਕਰਤਾ ਤੇ ਰੀਸੈਂਟਲੀ 20 ਜੁਲਾਈ ਨੂੰ ਹੀ ਅਪਰੂਵ ਕੀਤਾ ਗਿਆ ਡਿਪਾਰਟਮੈਂਟ ਦੇ ਦੁਆਰਾ कि जल्दी ही इस पेपर ਨੂੰ ਲੈ ਕੇ ਦੁਬਾਰਾ ਤੋਂ ਸੈਪਰੇਟ ਐਡਵਰਟਾਈਜ਼ਮੈਂਟ ਕੱਢੀ ਜਾਊਗੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਨਾਲ ਇਹ ਸ਼ੇਅਰ ਕਰ ਰਹੀ ਹਾਂ ਜੋ ਪੰਜਾਬ ਪੁਲਿਸ ਦੀ ਅਫੀਸ਼ੀਅਲ ਵੈਬਸਾਈਟ ਦੇ ਉੱਤੇ ਇਸ ਦੀ ਰਿਕਰੂਟਮੈਂਟ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ ਸੋ ਇਹਦੇ ਵਿੱਚ ਸਪੈਸ਼ਲੀ ਲਿਖਿਆ ਹੋਇਆ ਹੈ ਕਿ ਮਾਲ ਪ੍ਰੈਕਟਿਸ ਚੀਟਿੰਗ ਕਰਕੇ ਜਿਹੜਾ ਪੇਪਰ ਹੈ ਇਹਨੂੰ ਅਫੀਸ਼ੀਅਲੀ ਹੁਣ ਸਕ੍ਰੈਪ ਕਰ ਦਿੱਤਾ ਗਿਆ ਤੇ ਫਰੈਸ਼ ਡੇਟ ਜਲਦੀ ਹੀ ਆਪਾਂ ਨੂੰ ਇਸ ਦੇ ਰਿਟਨ ਐਗਜ਼ਾਮ ਦੀਆਂ ਦੇਖਣ ਨੂੰ ਮਿਲਣਗੀਆਂ ਸੋ ਸਟੂਡੈਂਟਸ ਨੂੰ ਮੇਰੀ ਪਰਸਨਲ ਰਿਕੁਐਸਟ ਹੈ ਕਿ ਆਪਣੀ ਤਿਆਰੀ ਸਟਾਰਟ ਕਰ ਦਿਓ ਕਿਉਂਕਿ ਆਪਾਂ ਐਕਸਪੈਕਟ ਕਰ ਸਕਦੇ ਹਾਂ ਕਿ ਇਹ ਪੇਪਰ ਜਲਦੀ ਹੀ ਹੋਊਗਾ ਤੇ ਇਹਦੀ ਜਿਹੜੀ ਅਪਰੂਵਲ ਹੈ ਉਹ ਦਿੱਤੀ ਹੈ DGP ਪੰਜਾਬ ਨੇ 20 ਜੁਲਾਈ 2022 ਨੂੰ ਹੁਣ ਜੇ ਆਪਾਂ ਸਿਲੇਬਸ ਦੀ ਗੱਲ ਕਰੀਏ ਸਟ੍ਰੈਟੇਜੀ ਦੀ ਗੱਲ ਕਰੀਏ ਤਾਂ 1 ਬਾय 1 ਮੈਂ ਤੁਹਾਡੇ ਨਾਲ ਡਿਸਕਸ ਕਰੂੰਗੀ ਸਭ ਤੋਂ ਪਹਿਲੀ ਚੀਜ਼ ਤਾਂ ਦੋ ਪੇਪਰ ਹੋਣਗੇ 400 ਨੰਬਰ ਦੇ 100 ਕੁਐਸਚਨ ਹੋਣਗੇ 2 ਘੰਟੇ ਦੇ ਪੇਪਰ ਹੋਣਗੇ ਹੁਣ ਜਿਹੜੇ ਪੇਪਰ ਨੇ ਇਹਨਾਂ ਦੇ ਵਿੱਚ 3 ਸਬਜੈਕਟ ਵੰਡੇ ਹੋਏ ਨੇ ਪੇਪਰ 1 ਚ 3 ਸਬਜੈਕਟ ਨੇ ਪੇਪਰ 2 ਦੇ ਅੰਦਰ 3 ਸਬਜੈਕਟ ਨੇ ਅਲੱਗ-ਅਲੱਗ ਮਾਰਕਸ ਦੀ ਡਿਵੀਜ਼ਨ ਹੈ ਸਭ ਤੋਂ ਪਹਿਲਾਂ ਜਨਰਲ ਅਵੇਅਰਨੈਸ ਜੋ ਆਮ ਤੌਰ ਤੇ ਹਰ ਪੇਪਰ ਦਾ ਸਿਲੇਬਸ ਦਾ ਪਾਰਟ ਹੁੰਦਾ ਹੈ ਚਾਹੇ ਕੋਈ ਵੀ ਪੇਪਰ ਹੈ PPSC ਲੈ ਰਹੀ ਹੈ PSSS ਵੀ ਲੈ ਰਹੀ ਹੈ ਪੰਜਾਬ ਪੁਲਿਸ ਦਾ ਕੋਈ ਵੀ ਪੇਪਰ ਹੈ ਫॉर दैट ਮੈਟਰ ਇਵਨ ਕੋਈ ਇੰਡੀਆ ਲੈਵਲ ਦਾ ਪੇਪਰ ਹੈ ਕਿਸੇ ਹੋਰ ਸਟੇਟ ਦਾ ਹਰ ਕਿਸੇ ਵੀ ਜਨਰਲ ਅਵੇਅਰਨੈਸ ਕਾਮਨ ਪਾਰਟ ਹੁੰਦਾ ਹੈ ਤੇ ਉਰੇ ਤੁਹਾਡੇ ਲਈ ਪਲੱਸ ਪੁਆਇੰਟ ਕੀ ਹੈ ਤੁਸੀਂ ਇਹਦੇ ਉੱਤੇ ਜ਼ਿਆਦਾ ਫੋਕਸ ਦੇਣਾ ਹੈ ਕਿਉਂਕਿ ਇਹ 50 ਨੰਬਰ ਦਾ ਤੁਹਾਨੂੰ ਆਉਣ ਵਾਲਾ ਹੈ ਸੋ ਜਨਰਲ ਅਵੇਅਰਨੈਸ ਇਹ ਆਪਾਂ ਅੱਗੇ ਡਿਸਕਸ ਕਰਾਂਗੇ 1 ਬਾय 1 ਕਿ ਤੁਸੀਂ ਕਿਹੜੇ ਟੌਪਿਕ ਕਿਵੇਂ ਪੜ੍ਹਨੇ ਨੇ ਕਿਹੜੇ ਸਬਜੈਕਟ ਨਾਲ ਰਿਲੇਟਡ ਨੇ ਉਰੇ ਮੈਂ ਸਿਰਫ ਤੁਹਾਨੂੰ ਹੈਡਸ ਦੱਸ ਰਹੀ ਹਾਂ ਕਿ ਸਬਜੈਕਟ ਕਿਹੜਾ ਕਿੰਨੇ ਨੰਬਰਾਂ ਦਾ ਉਸ ਤੋਂ ਬਾਅਦ ਹੈ ਕੁਆਂਟ ਨੂਮੈਰੀਕਲ ਸਕਿੱਲ 30 ਨੰਬਰਾਂ ਦਾ ਪੰਜਾਬੀ ਲੈਂਗੁਏਜ ਆਉਣੀ ਹੈ 20 ਨੰਬਰ ਦੀ ਸੋ ਹੁਣ ਉਰੇ ਜੇ ਕੋਈ ਸਟੂਡੈਂਟ ਪੇਪਰ 1 ਕਲੀਅਰ ਕਰਨਾ ਚਾਹੁੰਦਾ ਉਹ ਇਹ 50 ਨੰਬਰ ਤੇ ਇਹ 20 ਨੰਬਰ ਇੰਨਾ 70 ਨੰਬਰਾਂ ਦੀ ਪੱਕੀ ਤਿਆਰੀ ਕਰ ਲਓ ਨਾਲ ਜੇ ਥੋੜਾ ਕੁਆਂਟ ਵੀਕ ਹੈ ਤਾਂ ਸਿਰਫ ਕੁਝ ਟੌਪਿਕਸ ਚੱਕ ਕੇ ਉਹਨਾਂ ਦੇ ਫਾਰਮੂਲੇ ਚੰਗੀ ਤਰ੍ਹਾਂ ਪੱਕੇ ਕਰ ਲਓ ਕਿਉਂਕਿ ਕੁਝ ਕੁਐਸਚਨ ਹੁੰਦੇ ਨੇ ਜੇ ਉੱਥੇ 30 ਨੰਬਰਾਂ ਦਾ ਪੇਪਰ ਆਉਣਾ ਇਹਦੇ ਚੋਂ ਸੌਰੀ ਜੇ 30 ਕੁਐਸਚਨਸ ਆਉਣੇ ਨੇ ਇਹਦੇ ਵਿੱਚੋਂ ਤਾਂ ਘੱਟੋ ਘੱਟ 7-8 ਕੁਐਸਚਨ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਉੱਤੇ ਸਿੱਧਾ ਫਾਰਮੂਲਾ ਲਗਾ ਕੇ ਤੁਸੀਂ ਸੋਲਵ ਕਰ ਸਕਦੇ ਹੋ ਸੋ ਤੁਸੀਂ ਉਹ ਫਾਰਮੂਲੇ ਕਰੋ ਹੁਣ ਇਹਦੇ ਨਾਲ ਕੀ ਹੈ ਤੁਹਾਡਾ 70 ਕੁਐਸਚਨ ਪਲੱਸ ਇਹ 77 78 ਜੇ ਤੁਹਾਡੇ 100 ਚੋਂ 77 78 ਕੁਐਸਚਨ ਸਿਰਫ ਇੰਨਾ ਪਾਰਟ ਕਰਕੇ ਬਿਨਾਂ ਕੁਆਂਟ ਡੀਪ ਜਾਏ ਤਿਆਰ ਹੋ ਰਹੇ ਨੇ ਤਾਂ ਮੈਨੂੰ ਲੱਗਦਾ ਕਿ ਇਹ ਥੋੜਾ ਮੈਰਿਟ ਵਿੱਚ ਆਉਣ ਦੇ ਲਈ ਸਫੀਸ਼ੀਐਂਟ ਰਹੂਗਾ ਸੋ ਕਾਫੀ ਸਾਰੇ ਸਟੂਡੈਂਟਸ ਨੂੰ ਕੁਆਂਟ ਵਿੱਚ ਦਿੱਕਤ ਆਉਂਦੀ ਹੈ ਸੋ ਜਦੋਂ ਅਲੱਗ-ਅਲੱਗ ਮਾਰਕਸ ਡਿਵੀਜ਼ਨ ਹੋਵੇ ਤਾਂ ਉੱਥੇ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਇੱਕ ਪੋਜ਼ਿਟਿਵ ਚੀਜ਼ ਬਣ ਸਕਦੀ ਹੈ ਤੁਹਾਡੀਆਂ ਜੋ ਚੀਜ਼ਾਂ ਸਟਰੋਂਗ ਨੇ ਉਹਨਾਂ ਨੂੰ ਪੱਕਾ ਤਿਆਰ ਕਰੋ ਉਸ ਤੋਂ ਬਾਅਦ ਕਿਹੜੇ ਟੌਪਿਕ ਆਪਾਂ ਨੇ ਕਵਰ ਕਰਨੇ ਨੇ ਸੋ ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਪੇਪਰ 1 ਦੀ ਸ਼ੇਅਰ ਕਰ ਰਹੀ ਹਾਂ ਪੋਲਿਟੀ ਜੇ ਤੁਸੀਂ ਸਬ ਇੰਸਪੈਕਟਰ ਤੇ ਇਸ ਪੇਪਰ ਦੀ ਇਕੱਠੇ ਤਿਆਰੀ ਕਰ ਰਹੇ ਹੋ ਕੋਈ ਸਟੂਡੈਂਟ ਹੈ ਜਿਹੜੇ ਦੋਨੋਂ ਪੇਪਰਾਂ ਦੇ ਐਸਪੀਰੈਂਟਸ ਹੈ ਉਹਨਾਂ ਦੇ ਲਈ ਤਾਂ ਬਹੁਤ ਹੈਲਪਫੁਲ ਰਹਿਣ ਵਾਲਾ 90% ਸਿਲੇਬਸ ਐਗਜ਼ੈਕਟਲੀ ਸੇਮ ਹੈ ਪੋਲਿਟੀ ਦੇ 4 ਟੌਪਿਕ ਇੰਡੀਅਨ ਕਨਸਟੀਟਿਊਸ਼ਨ ਫੀਚਰ 4 ਟੌਪਿਕ ਦਾ ਸਿਰਫ ਇਹ ਮਤਲਬ ਨਹੀਂ ਤੁਸੀਂ ਬੇਸਿਕ ਫੀਚਰ ਕਰਕੇ ਚਲੇ ਜਾਓ ਨਾਲ ਤੁਹਾਨੂੰ ਸੋਰਸਸ ਬੈਕਗ੍ਰਾਉਂਡ ਅਮੈਂਡਮੈਂਟ ਇਹ ਵੀ ਕਰਕੇ ਜਾਣੀਆਂ ਪੈਣੀਆਂ ਨੇ ਇਹ ਸਾਰੀਆਂ ਚੀਜ਼ਾਂ ਫੀਚਰਸ ਦਾ ਹੀ ਹਿੱਸਾ ਨੇ ਉਸ ਤੋਂ ਬਾਅਦ ਸੈਂਟਰਲ ਸਟੇਟ ਲੈਜਿਸਲੇਚਰ ਸਿੰਪਲੀ ਕਿਹੜੇ ਹਾਊਸਿਸ ਨੇ ਲੈਜਿਸਲੇਟਿਵ ਅਸੈਂਬਲੀ ਹੋ ਗਈ ਲੋਕ ਸਭਾ ਰਾਜ ਸਭਾ ਸਪੀਕਰ ਇਹਦੇ ਵਿੱਚੋਂ ਸਭ ਤੋਂ ਜ਼ਰੂਰੀ ਚੀਜ਼ ਆਉਂਦੀ ਹੈ ਬਿੱਲ ਤੇ ਕਮੇਟੀਜ਼ ਪਾਰਲੀਮੈਂਟ ਦੀ ਕਮੇਟਰੀਜ਼ ਦੀ ਬੇਸਿਕ ਨੌਲੇਜ ਬਿਲਸ ਦੀ ਡੀਟੇਲਡ ਨੌਲੇਜ
मनी बिल, फाइनेंशियल बिल, एनुअल फाइनेंशियल स्टेटमेंट होगी। उस तो बाद कमेटीज, पब्लिक अकाउंट कमेटी होगी, देन एस्टीमेट कमेटी होगी। इस टाइप नाल अलग अलग कमेटीज दी भी बेसिक स्ट्रक्चर की है, केड़ी कमेटी सब तो ज्यादा वड्डी है, ਉਹ ਸਾਰੀਆਂ ਚੀਜ਼ਾਂ ਤਿਆਰ ਕਰਨੀਆਂ ਨੇ। then on the executive, ਤੀਜਾ ਟੌਪਿਕ executive ਦੇ ਅੰਦਰ ਪ੍ਰੈਜ਼ੀਡੈਂਟ, ਗਵਰਨਰ, ਚੀਫ ਮਿਨਿਸਟਰ, ਪ੍ਰਾਈਮ ਮਿਨਿਸਟਰ, ਇਹ ਸਾਰੀ ਚੀਜ਼ਾਂ ਕਵਰ ਕਰਨੀਆਂ ਨੇ। ਜਿਹੜਾ ਅਗਲਾ ਟੌਪਿਕ ਹੈ ਇਹ ਸਬ ਇੰਸਪੈਕਟਰ ਦੇ ਲਈ ਵੀ ਬਹੁਤ ਇੰਪੋਰਟੈਂਟ ਸੀ, ਕਾਫੀ ਕੁਐਸਚਨ ਇਹਦੇ ਚੋਂ ਦੇਖਣ ਨੂੰ ਮਿਲੇ ਸੀ। that is related to local government institution, ਇਹਦੇ ਅੰਦਰ ਪੰਚਾਇਤ, ਮਿਊਨਿਸਪੈਲਿਟੀ, ਇਹ ਦੋਨੋਂ ਕਵਰ ਕਰਨੇ ਨੇ ਆਪਾਂ ਨੇ ਪੋਲਿਟੀ ਦੇ ਅੰਦਰ। फिर आते हैं जुडिशियल इंस्टीट्यूशन, ਇਹਦੇ ਅੰਦਰ सुप्रीम कोर्ट, रिट्स हो गया, हाई कोर्ट, सबऑर्डिनेट कोर्ट, डिस्ट्रिक्ट कोर्ट, ये सारा कुछ। सो ये तो हो गए पहले 4 टॉपिक पॉलिटी दे। अगे लिखा हुआ है सिलेबस हिस्ट्री एंड कल्चर ऑफ पंजाब, ये सिंपली एंशियंट तो लैके मॉडर्न तक ये अंदर सारे सिख गुरुज, सिख रूलर, जिन्नियां वॉर्स ने, एंग्लो सिख वॉर हो गया, हर चीज तुसी पढ़ के जानी है। चाहे सिलेबस दे विच तुहानूं ये मैंशन है, ਉੱਥੇ ਤੁਸੀਂ ਸੋਸ਼ੀਓ ਰਿਫਾਰਮ मूवमेंट हो गया, आर्ट फॉर्म्स हो गया, लिटरेचर, फेमस परसनैलिटी, हर चीज तैयार करके जानी है। फिर आउंदा साइंस एंड टैक्नोलॉजी, ਇਹਦੇ ਵਿੱਚ 10ਵੀਂ तक ਦੀ फिजिक्स, केमिस्ट्री, बायो तैयार करो, नाल स्पैशल फोकस दो मिलिट्री डिफेंस टैक्नोलॉजी करंट बेस्ड। उस तो बाद इंडियन इकोनॉमी 12th ਲੈਵਲ तक ਦੀ ਤਿਆਰ ਕਰਨੀ ਹੈ। ਤੁਹਾਨੂੰ ਇਹਦੇ ਵਿੱਚ ਕਨਸੈਪਚੁਅਲ ਨੌਲੇਜ ਬੇਸ ਜ਼ਿਆਦਾ ਕੁਐਸਚਨ ਆਉਣਗੇ। ਐਗਰੀਕਲਚਰ ਦੇ ਵਿੱਚ ਬੇਸਿਕ ਕਰਨੇ ਨੇ। इंस्टीट्यूशन, एग्रीकल्चर के नाल रिलेटेड इंस्टीट्यूशन बहुत बारी पूछे जाते हैं कि राइस इंस्टीट्यूट कित्थे है, इंडिया का शुगर केन इंस्टीट्यूट कित्थे है। उस तो बाद है सॉइल, फर्टिलाइजर, क्रॉप के एनीमीज केड़ियां ने, फ्रेंडली इंसैक्ट केड़े ने जिहड़े क्रॉप की प्रोडक्टिविटी विच बेनीफिशियल साबित हुंदे ने। दैन अलग अलग एग्रीकल्चर नाल खेतीबाड़ी नाल रिलेटेड प्रोग्राम, स्कीम, इस सारियां चीज़ां आपां ने कवर करनियां ने एग्रीकल्चर के अंदर। ग्रीन रेवोल्यूशन वेरी वेरी इंपॉर्टेंट, HYV, ये सारी चीज़ आपने कवर करनिया ने एग्रीकल्चर। उस तो बाद है जोग्राफी ऑफ इंडिया। जोग्राफी ऑफ इंडिया इज वेरी वेरी इंपॉर्टेंट फॉर दीज एग्जाम्स। सो 12वीं तक दी इंडिया दी जोग्राफी ये NCERT बेस तैयार कर लो, थोड़ी सफिशिएंट है। उस तो बाद आते हैं करंट अफेयर। करंट अफेयर दे विच हुण उरे मैं थोनू एक मेन इंपॉर्टेंट चीज़ दसना चाहनी हाँ कि तुसी जदों हैड कांस्टेबल पेपर ਲਈ करंट अफेयर तैयार करने ने, ਉੱਥੇ ਤੁਹਾਨੂੰ ਜਿਵੇਂ ਆਪਾਂ PPSC ਦੇ ਲਈ ਡਿਟੇਲਡ ਕਰੰਟ ਕਰਦੇ ਆ, ਮੈਂ ਬਾਰ-ਬਾਰ ਜਿਵੇਂ ਜਦੋਂ ਵੀ PPSC ਲਈ ਸਟੂਡੈਂਟਸ ਨੂੰ ਗਾਈਡ ਕਰਦੀ ਆ ਉੱਥੇ ਤੁਹਾਨੂੰ ਕਹਿੰਦੀ ਆ ਕਿ ਡਿਟੇਲਡ ਕਰੰਟ ਅਫੇਅਰ ਕਰੋ। ਉਰੇ ਤੁਹਾਨੂੰ ਡਿਟੇਲਡ ਕਰੰਟ ਅਫੇਅਰ ਕਰਨ ਦੀ ਜ਼ਰੂਰਤ ਨਹੀਂ ਹੈ। ਕੋਈ ਵੀ ਰੈਲੇਵੈਂਟ 2 ਸੋਰਸਿਸ ਚੱਕੋ MCQ ਬੇਸਡ ਕਰੰਟ ਅਫੇਅਰ ਦੇ, ਉਹਨਾਂ ਤੋਂ ਜਨਵਰੀ 2022 ਤੋਂ ਸ਼ੁਰੂ ਕਰਕੇ MCQs ਕਰਨੇ ਸਟਾਰਟ ਕਰੋ, ਤੁਹਾਡੇ ਸਾਰੇ ਕਰੰਟ ਅਫੇਅਰ ਕਵਰ ਹੋ ਜਾਣਗੇ। पर उरे सब तो इंपॉर्टेंट चीज में जो मैं रिपीट कर रही हाँ, 2 सोर्सिस। कदे भी तुसी जे सिर्फ MCQs ते रिलाय कर रहे हो, तुसी कोई डेली न्यूज़पेपर नहीं पढ़ रहे, कोई मंथली मैगजीन नहीं पढ़ रहे, सिर्फ तुसी पेपर च MCQ पढ़ के जाना चाहते हो, तो घट्टो घट्ट 2 अलग इंस्टीट्यूशनस दे थोड़े कोल MCQ होने चाहिए ने करंट अफेयर दे, क्योंकि हर इंस्टीट्यूट का, हर टीचर का एक अपना तरीका हुंदा है, अपना परस्पैक्टिव हुंदा है, जिन्हों देख के वो करंट अफेयर तैयार करते हैं। सो हो सकता है जो मैनू इंपॉर्टेंट लगे किसी होर टीचर नूं ना लगे। सो ਇਹਦੇ ਲਈ ਘੱਟੋ ਘੱਟ 2 ਸੋਰਸਿਸ ਦੇ ਤੁਸੀਂ MCQ ਪੜ੍ਹ ਕੇ ਜਾਣੇ ਨੇ। ਸਿਲੇਬਸ ਦੇ ਵਿੱਚ ਇੱਕ ਹੋਰ ਚੀਜ਼ ਲਿਖੀ ਹੋਈ ਹੈ ਕਰੰਟ ਲੀਗਲ ਡਿਵੈਲਪਮੈਂਟ। ਇਹਦੇ ਅੰਦਰ ਕਰੰਟ ਅਫੇਅਰ ਬੇਸਡ ਜਿੰਨੇ ਵੀ ਬਿੱਲ ਪਾਰਲੀਮੈਂਟ ਪਾਸ ਕਰਦੀ ਹੈ, ਕੋਈ ਐਕਟ, ਕੋਈ ਇੰਪੋਰਟੈਂਟ ਸੁਪਰੀਮ ਕੋਰਟ ਦੇ केसिस ने, कोई जजमेंट्स ने, वो सारिया चीज़ां उरे आपां ने करके जानियां ने करंट लीगल डिवेलपमेंट के अंदर। या कोई अमेंडमेंट हुई है, कोई पार्लीमेंट के अंदर, सुप्रीम कोर्ट के अंदर अमेंडमेंट हुई है कॉन्स्टिट्यूशन दे विच या किसी एक्ट विच कोई सैक्शन है उन्होंने हटाता या नवा सैक्शन ऐड करता, कोई नवी पनिशमेंट रखी है, पनिशमेंट वधाती घटाती, ये सारिया चीज़ां आपां ने तैयार करनियां ने करंट लीगल डिवेलपमेंट अंदर। उस तो बाद जिहड़ा क्वांट आ न्यूमेरिकल स्किल है, ਇਹਦੇ ਉਰੇ ਤੁਹਾਨੂੰ ਟੌਪਿਕ ਦੱਸੇ ਹੋਏ ਨੇ। ਇੰਨਾ ਟੌਪਿਕ ਤੋਂ ਤੁਸੀਂ ਬਾਹਰ ਨਹੀਂ ਜਾਣਾ, ਸਿਰਫ ਇਹ ਟੌਪਿਕ ਚੰਗੀ ਤਰ੍ਹਾਂ ਤਿਆਰ ਕਰੋ ਤੇ ਇਹਨਾਂ ਦਾ ਲੈਵਲ ਪੇਪਰ 'ਚ ਈਜ਼ੀ ਟੂ ਮੋਡਰੇਟ ਹੀ ਰਹਿਣ ਵਾਲਾ। ਜੇ ਤੁਸੀਂ ਪ੍ਰੀਵੀਅਸ ਈਅਰ ਪੇਪਰ ਚੱਕ ਕੇ ਦੇਖੋਗੇ ਤੁਹਾਨੂੰ ਕੋਈ ਐਕਸਟ੍ਰੀਮ ਡਿਫਿਕਲਟ ਲੈਵਲ ਦੇ ਉਰੇ ਕੁਐਸਚਨਸ ਨਹੀਂ ਆਉਣ ਵਾਲੇ। ਸੋ ਤੁਸੀਂ ਕੀ ਕਰਨਾ, ਚੰਗੀ ਤਰ੍ਹਾਂ ਪਹਿਲਾਂ ਕਨਸੈਪਟ ਦੇਖਣਾ। ਕਿਸੇ ਵੀ ਜੇ ਤੁਸੀਂ ਬੁੱਕ ਚੋਂ ਕਰ ਰਹੇ ਹੋ, ਸਪੈਸ਼ਲੀ ਜੇ RS ਅਗਰਵਾਲ ਚੋਂ ਕਰ ਰਹੇ ਹੋ ਜਾਂ ਫਿਰ ਕਿਸੇ ਵੀ ਹੋਰ ਸੋਰਸ ਦੀ ਜੇ ਤੁਸੀਂ ਬੁੱਕ ਫੋਲੋ ਕਰ ਰਹੇ ਹੋ, ਤਾਂ ਉੱਥੇ ਤੁਸੀਂ ਕੀ ਕਰਨਾ,
स्टार्ट जिवें मान लो कोई भी टॉपिक है, टाइम एंड डिस्टेंस है, ਉਹਦੀ ਐਕਸਰਸਾਈਜ਼ ਦੇ 100 ਕੁਐਸਚਨ ਦਿੱਤੇ ਹੋਏ ਨੇ ਤੁਹਾਨੂੰ ਇੱਕ ਬੁੱਕ ਦੇ ਅੰਦਰ। ਸਟਾਰਟਿੰਗ ਵਾਲੇ 10 ਕਰੋ, 1 ਤੋਂ ਲੈ ਕੇ 10, 51 ਤੋਂ ਲੈ ਕੇ 60 ਕਰ ਲਓ, ਸੈਂਟਰ ਵਾਲੇ 10 ਤੇ ਲਾਸਟ ਵਾਲੇ 91 ਤੋਂ ਲੈ ਕੇ 100। ਇਹਦੇ ਨਾਲ ਥੋੜਾ ਈਜ਼ੀ, ਮੋਡਰੇਟ, ਡਿਫਿਕਲਟ ਤਿੰਨੋਂ ਲੈਵਲ ਦੇ ਕੁਐਸਚਨ ਤਿਆਰ ਹੋ ਜਾਣਗੇ। ਸੋ ਇਹ ਨਹੀਂ ਕਿ ਤੁਹਾਨੂੰ 100 ਦੇ 100 ਕੁਐਸਚਨ ਤਿਆਰ ਕਰਨ ਦੀ ਜ਼ਰੂਰਤ ਹੈ, ਪ੍ਰੈਕਟਿਸ ਕਰਨ ਦੀ ਜ਼ਰੂਰਤ ਹੈ। ਤੁਸੀਂ ਕੀ ਕਰਨਾ ਹੈ, ਟੌਪਿਕ ਵਾਈਜ਼ ਬੁੱਕ ਚੱਕੋ, ਜਿੰਨੀਆਂ ਇਲਸਟ੍ਰੇਸ਼ਨ ਨੇ, ਐਗਜ਼ਾਮਪਲਾਂ ਨੇ, ਉਹ ਸਾਰੀਆਂ ਦੀ ਸਾਰੀਆਂ ਕਰਨ ਦੀ ਕੋਸ਼ਿਸ਼ ਕਰੋ। ਜਦੋਂ ਤੁਸੀਂ ਇਲਸਟ੍ਰੇਸ਼ਨ ਸਾਰੀਆਂ ਕਰ ਲੀਆਂ, ਫਿਰ ਤੁਸੀਂ ਸਿਲੈਕਟਿਵ ਰੈਂਡਮ ਵਿੱਚੋਂ ਐਕਸਰਸਾਈਜ਼ ਦੇ ਕੁਐਸਚਨ ਕਰਕੇ ਦੇਖੋ। ਸਾਰੇ ਕੁਐਸਚਨ ਕਰਨ ਦੀ ਤੁਹਾਨੂੰ ਜ਼ਰੂਰਤ ਨਹੀਂ ਹੈ। ਐਂਡ ਆਈ ਐਮ ਰਿਪੀਟਿੰਗ, ਲੈਵਲ ਵੁੱਡ ਬੀ ਈਜ਼ੀ ਟੂ ਮੋਡਰੇਟ। ਫਿਰ ਆਉਂਦੀ ਹੈ ਪੰਜਾਬੀ ਲੈਂਗੁਏਜ। ਪੰਜਾਬੀ ਲੈਂਗੁਏਜ ਇੱਕ ਤਾਂ ਤੁਸੀਂ ਪ੍ਰੀਵੀਅਸ ਈਅਰ ਪੇਪਰ ਚੱਕ ਲਓ, ਉਹਨਾਂ ਦੀ ਪ੍ਰੈਕਟਿਸ ਕਰੋ ਜਿੰਨੀ ਜ਼ਿਆਦਾ ਹੋ ਸਕੇ। ਪਰ ਪ੍ਰੈਕਟਿਸ ਕਰਨ ਤੋਂ ਪਹਿਲਾਂ ਤੁਸੀਂ ਜਿਹੜਾ ਕੰਮ ਕਰਨਾ ਹੈ, ਕੋਈ ਵੀ ਚਾਹੇ 9ਵੀਂ 10ਵੀਂ ਕਿਸੇ ਵੀ ਇਹਨਾਂ ਕਲਾਸਿਸ ਦੇ ਵਿੱਚੋਂ 12ਵੀਂ ਤੱਕ ਦੀ ਵਿਆਕਰਣ ਦੀ ਬੁੱਕ ਚੱਕਣੀ ਹੈ, ਪੰਜਾਬੀ ਗ੍ਰਾਮਰ ਦੀ, ਜਾਂ ਜੇ ਤੁਹਾਡੇ ਕੋਲ ਕਿਸੇ ਹੋਰ ਕੰਪੀਟੀਟਿਵ ਐਗਜ਼ਾਮ ਲੈਵਲ ਦੀ ਪੰਜਾਬੀ ਗ੍ਰਾਮਰ ਦੀ ਬੁੱਕ ਹੈ ਉਹਨੂੰ ਚੱਕੋ। ਇਹਨਾਂ ਵਿੱਚੋਂ ਟੌਪਿਕ ਵਾਈਜ਼ ਰੂਲਸ ਪੜ੍ਹੋ, ਇੱਕ ਇੱਕ ਤੁਸੀਂ ਵਰਡ ਪੜ੍ਹਨਾ ਹੈ, ਇੱਕ ਇੱਕ ਰੂਲ ਪੜ੍ਹਨਾ ਹੈ, ਫਿਰ ਤੁਸੀਂ ਪ੍ਰੀਵੀਅਸ ਈਅਰ ਪੇਪਰ ਦੀ ਪ੍ਰੈਕਟਿਸ ਕਰੋ। ਤੁਹਾਡੀ ਪੰਜਾਬੀ ਲੈਂਗੁਏਜ ਬਹੁਤ ਚੰਗੀ ਤਰ੍ਹਾਂ ਤਿਆਰ ਹੋ ਜਾਊ। ਨੈਕਸਟ ਹੈ ਪੇਪਰ 2। ਪੇਪਰ 2 ਚ ਜਿਹੜੇ 3 ਸਬਜੈਕਟ ਨੇ, ਪਹਿਲਾ ਹੈ ਲੌਜੀਕਲ ਤੇ ਐਨਾਲਿਟੀਕਲ ਰੀਜ਼ਨਿੰਗ। ਹੁਣ ਇਹ ਆ ਰਿਹਾ ਹੈ 50 ਕੁਐਸਚਨ 200 ਨੰਬਰ ਦਾ, ਵੈਰੀ ਵੈਰੀ ਇੰਪੋਰਟੈਂਟ। ਕੁਆਂਟ ਤੁਸੀਂ ਥੋੜਾ ਵੀਕ ਹੈ, ਮੈਂ ਤੁਹਾਨੂੰ ਪਿੱਛੇ ਦੱਸਿਆ, ਘੱਟ ਕੁਐਸਚਨ ਨੇ, ਲਾਈਟਲੀ ਉਹਨੂੰ ਲੈ ਸਕਦੇ ਹੋ। ਰੀਜ਼ਨਿੰਗ ਨੂੰ ਲਾਈਟਲੀ ਨਹੀਂ ਲੈ ਸਕਦੇ। ਜੇ ਤੁਸੀਂ ਪੇਪਰ 2 ਨੂੰ ਵਧੀਆ ਮਾਰਕਸ ਦੇ ਨਾਲ ਕਲੀਅਰ ਕਰਨਾ ਹੈ ਤਾਂ ਤੁਹਾਡੀ ਰੀਜ਼ਨਿੰਗ ਸਟਰੋਂਗ ਹੋਣੀ ਜ਼ਰੂਰੀ ਹੈ। ਰੀਜ਼ਨਿੰਗ ਦੇ ਨਾਲ ਤੁਹਾਡੀ ਮਰਜ਼ੀ ਹੈ, ਤੁਸੀਂ ਕੰਪਿਊਟਰ ਦੇ ਉੱਤੇ ਜ਼ਿਆਦਾ ਫੋਕਸ ਕਰਨਾ ਚਾਹੁੰਦੇ ਹੋ ਜਾਂ ਇੰਗਲਿਸ਼ ਤੇ। ਜੇ ਕਿਸੇ ਸਟੂਡੈਂਟ ਦੀ ਇੰਗਲਿਸ਼ ਵੀਕ ਆ ਤਾਂ ਕੋਈ ਤੁਹਾਨੂੰ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈ, ਤੁਸੀਂ ਕੰਪਿਊਟਰ ਪੱਕਾ ਕਰੋ, ਰੀਜ਼ਨਿੰਗ ਪੱਕੀ ਕਰੋ, ਤੁਹਾਡੇ 80 ਕੁਐਸਚਨ ਹੋ ਜਾਣਗੇ। ਜੇ ਕਿਸੇ ਸਟੂਡੈਂਟ ਨੂੰ ਕੰਪਿਊਟਰ ਤੋਂ ਡਰ ਲੱਗਦਾ ਤਾਂ ਤੁਸੀਂ ਉੱਥੇ ਟਾਈਮ ਵੇਸਟ ਨਾ ਕਰੋ, ਇੰਗਲਿਸ਼ ਦੀ ਪ੍ਰੈਕਟਿਸ ਜ਼ਿਆਦਾ ਤੋਂ ਜ਼ਿਆਦਾ ਕਰੋ। ਤੇ ਇਹਨਾਂ ਦੋਨਾਂ ਤੋਂ ਸਭ ਤੋਂ ਉਰੇ ਜ਼ਰੂਰੀ ਚੀਜ਼ ਜੋ ਆਪਾਂ ਨੂੰ ਦਿਖ ਰਹੀ ਹੈ ਉਹ ਹੈ ਰੀਜ਼ਨਿੰਗ। ਸੋ ਰੀਜ਼ਨਿੰਗ ਦੇ ਵੀ ਟੌਪਿਕਸ ਦਿੱਤੇ ਹੋਏ ਨੇ। ਫਿਰ ਹੈ ਡਿਜੀਟਲ ਲਿਟਰੇਸੀ, ਕੰਪਿਊਟਰ ਅਵੇਅਰਨੈਸ, ਆਲਮੋਸਟ ਸੇਮ ਟੌਪਿਕ ਸਬ ਇੰਸਪੈਕਟਰ ਸਿਲੇਬਸ ਦੇ ਵਿੱਚ ਵੀ ਨੇ। ਬੇਸਿਕ ਤਿਆਰ ਕਰਨੇ ਨੇ, ਸਿਰਫ ਜਿਹੜੇ ਲਾਸਟ ਵਾਲੇ 3-4 ਟੌਪਿਕ ਨੇ ਇਹਨਾਂ ਦੀ ਡੀਟੇਲ ਦੇਖਣ ਦੀ ਜ਼ਰੂਰਤ ਹੈ। ਉਸ ਤੋਂ ਬਾਅਦ ਹੈ ਇੰਗਲਿਸ਼, 20 ਕੁਐਸਚਨ ਇੰਗਲਿਸ਼ ਦੇ ਆਉਣਗੇ। ਸੋ ਸਟਾਰਟਿੰਗ ਵਿਦ ਲੌਜੀਕਲ ਐਂਡ ਐਨਾਲਿਟੀਕਲ ਰੀਜ਼ਨਿੰਗ, ਇਹਦੇ ਵਿੱਚ ਸੇਮ ਜੋ ਮੈਂ ਤੁਹਾਨੂੰ ਕੁਆਂਟ ਲਈ ਦੱਸਿਆ ਹੈ, ਤੁਸੀਂ ਕੀ ਕਰਨਾ ਹੈ, RS ਅਗਰਵਾਲ ਸਭ ਤੋਂ ਜ਼ਿਆਦਾ ਪ੍ਰੈਫਰੇਬਲ ਈਜ਼ੀ ਬੁੱਕ ਹੈ। ਸੋ ਮੇਰੇ ਅਕੋਰਡਿੰਗ ਦਿਸ ਇਜ਼ ਦ ਬੈਸਟ ਬੁੱਕ ਜਿਹਦੇ ਵਿੱਚ ਥੋੜੀ ਈਜ਼ੀ ਟੂ ਮੋਡਰੇਟ ਲੈਵਲ ਦੀ ਰੀਜ਼ਨਿੰਗ ਤਿਆਰ ਹੋ ਜੂਗੀ ਤੇ ਇਸ ਪੇਪਰ ਲਈ, ਹੈਡ ਕਾਂਸਟੇਬਲ ਪੇਪਰ ਦੇ ਲਈ ਮੋਰ ਦੈਨ ਸਫੀਸ਼ੀਐਂਟ ਹੈ। ਤੁਸੀਂ ਇੱਕ ਇੱਕ ਟੌਪਿਕ ਚੱਕਣਾ ਬੁੱਕ ਦੇ ਅੰਦਰੋਂ, ਉਹਦਾ ਪਹਿਲਾ ਕਨਸੈਪਟ ਜਿੱਥੇ ਰੂਲਸ ਲਿਖੇ ਹੁੰਦੇ ਨੇ, ਸਮਝਾਇਆ ਹੁੰਦਾ, ਉਹਨੂੰ ਪੜ੍ਹਨਾ ਹੈ। ਉਸ ਤੋਂ ਬਾਅਦ ਇਲਸਟ੍ਰੇਸ਼ਨ, ਐਗਜ਼ਾਮਪਲਾਂ ਕਰਕੇ ਰੈਂਡਮ ਵਿੱਚੋਂ 20-25 ਹਰ ਐਕਸਰਸਾਈਜ਼ ਦੇ ਕੁਐਸਚਨ ਸੋਲਵ ਕਰਕੇ ਦੇਖਣੇ ਆ। ਇਹਦੇ ਨਾਲ ਤੁਹਾਡੀ ਰੀਜ਼ਨਿੰਗ ਪੂਰੀ ਤਰ੍ਹਾਂ ਤਿਆਰ ਹੋ ਜੂ। ਸੋ ਇਹਦੇ ਵਿੱਚ ਇੱਕ ਅਲੱਗ ਚੀਜ਼ ਹੈ ਲੀਗਲ ਰੀਜ਼ਨਿੰਗ। ਲੀਗਲ ਰੀਜ਼ਨਿੰਗ ਮੈਂ YouTube ਦੇ ਉੱਤੇ ਵੀ ਕਵਰ ਕਰਵਾਉਂਗੀ। ਆਲਰੇਡੀ ਜਦੋਂ ਪਿਛਲੇ ਸਾਲੇ ਪੇਪਰ ਹੋਇਆ ਸੀ ਤਾਂ ਮੈਂ MCQ ਸੀਰੀਜ਼ ਦੇ ਵਿੱਚ ਕੁਝ ਥਿਓਰੈਟੀਕਲ ਟੌਪਿਕਸ ਲੀਗਲ ਰੀਜ਼ਨਿੰਗ ਦੇ ਕਰਵਾਏ ਸੀ। ਸੋ ਉਹ ਸਾਰੇ ਤੁਸੀਂ ਦੇਖ ਸਕਦੇ ਹੋ, ਚੈਨਲ ਉੱਤੇ ਪਏ ਆ, ਪਲੇਲਿਸਟ ਅਲੱਗ ਤੋਂ ਬਣੀਆਂ ਹੋਈਆਂ ਨੇ। ਬਾਕੀ ਮੈਂ ਸ਼ੇਅਰ ਵੀ ਕਰ ਦੂੰਗੀ ਟੈਲੀਗ੍ਰਾਮ ਗਰੁੱਪ ਦੇ ਅੰਦਰ, ਤੁਸੀਂ ਉੱਥੋਂ ਵੀ ਡਾਇਰੈਕਟਲੀ ਪਲੇਲਿਸਟ ਦੇਖ ਸਕਦੇ ਹੋ। ਉਸ ਤੋਂ ਬਾਅਦ ਆਉਂਦਾ ਡਿਜੀਟਲ ਲਿਟਰੇਸੀ, ਕੰਪਿਊਟਰ ਅਵੇਅਰਨੈਸ। ਸੋ ਇਹ ਸਾਰੇ ਬੇਸਿਕ ਟੌਪਿਕਸ ਨੇ, ਇਹਨਾਂ ਦੀ ਤੁਹਾਨੂੰ ਬੇਸਿਕ ਕਨਸੈਪਚੁਅਲ ਨੌਲੇਜ ਚਾਹੀਦੀ ਹੈ। ਤੁਸੀਂ ਪ੍ਰੀਵੀਅਸ ਈਅਰ ਪੇਪਰ ਦੇਖੋ ਕਿ ਕਿਸ ਲੈਵਲ ਦੇ ਕੁਐਸਚਨ ਆਏ ਹੋਏ ਨੇ, ਉਹਦੇ ਅਕੋਰਡਿੰਗ ਟੌਪਿਕ ਨੂੰ ਤਿਆਰ ਕਰੋ। ਬਾਕੀ ਜੇ ਤੁਹਾਨੂੰ ਇਸ ਸਬਜੈਕਟ ਦੇ ਕੰਪਲੀਟ ਨੋਟਸ ਚਾਹੀਦੇ ਨੇ ਵਿਦ MCQ ਤਾਂ ਅਵੇਲੇਬਲ ਨੇ, ਤੁਸੀਂ ਉਹ ਖਰੀਦ ਸਕਦੇ ਹੋ। ਵਨ ਮੋਰ ਇੰਪੋਰਟੈਂਟ ਥਿੰਗ, ਜੇ ਤੁਸੀਂ ਖੁਦ ਸੈਲਫ ਸਟੱਡੀ ਕਰ ਰਹੇ ਹੋ ਤੇ MCQ ਪ੍ਰੈਕਟਿਸ ਕਰਨਾ ਚਾਹੁੰਦੇ ਹੋ ਤਾਂ ਮੈਂ ਨੀਚੇ ਕੁਝ ਸੋਰਸਿਸ ਲਿਖੇ ਹੋਏ ਨੇ MCQ ਪ੍ਰੈਕਟਿਸ ਦੇ ਲਈ, ਜੋ ਵਨ ਆਫ ਦ ਬੈਸਟ ਸੋਰਸਿਸ ਨੇ। ਇੱਕ ਹੈ sandfoundry.com, Java Point, Geeks for Geek। ਉਰੇ ਤੁਹਾਨੂੰ ਥਿਊਰੀ ਵੀ ਮਿਲ ਜੂਗੀ, ਜਿਵੇਂ ਇਹ ਦੋ ਪਹਿਲੀਆਂ ਵੈਬਸਾਈਟ ਨੇ। ਉਰੇ ਤੁਸੀਂ ਟੌਪਿਕ ਵਾਈਜ਼ ਤੁਸੀਂ ਕੀ ਕਰਨਾ ਹੈ, ਗੂਗਲ ਉੱਤੇ ਫੰਡਾਮੈਂਟਲ ਆਫ ਕੰਪਿਊਟਰ ਭਰਨਾ ਹੈ, ਨਾਲ ਲਿਖਣਾ ਹੈ MCQs sandfoundry। ਤੁਹਾਨੂੰ ਉੱਥੇ ਬਹੁਤ ਸਾਰੇ MCQ ਮਿਲ ਜਾਣਗੇ। ਟਰਾਈ ਕਰਿਓ ਕਿ ਜਿੰਨੇ ਜ਼ਿਆਦਾ ਹੋ ਸਕਣ MCQ ਇੱਕ ਵਾਰੀ ਜ਼ਰੂਰ ਪੜਿਓ। ਬਾਕੀ ਬੇਸਿਕ ਜਿਹੜੀ ਥਿਊਰੀ ਹੈ ਉਹਦੇ ਲਈ
मैं पर्सनली रेकमेंड करना चाਹੁੰਦੀ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਇੰਗਲਿਸ਼ ਮੀਡੀਅਮ ਦੀਆਂ ਜਿਹੜੀਆਂ ਕੰਪਿਊਟਰ ਦੀਆਂ ਕਿਤਾਬਾਂ ਨੇ ਉਹ ਬਹੁਤ ਹੀ ਜ਼ਿਆਦਾ ਵਧੀਆ ਤਿਆਰ ਕੀਤੀਆਂ ਗਈਆਂ ਨੇ। ਸੋ ਉਹ ਵੀ ਤੁਸੀਂ ਪੜ੍ਹ ਸਕਦੇ ਹੋ ਜੇ ਤੁਸੀਂ ਥਿਓਰੈਟੀਕਲ ਨੌਲੇਜ ਚਾਹੁੰਦੇ ਹੋ ਕੰਪਿਊਟਰ ਉੱਤੇ। ਸੋ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਜੇ ਅਫੀਸ਼ੀਅਲ ਵੈਬਸਾਈਟ ਦੇਖੋਗੇ ਸਿੰਪਲੀ ਗੂਗਲ ਦੇ ਉੱਤੇ ਸਰਚ ਕਰਿਓ, ਉੱਥੇ ਇੰਗਲਿਸ਼ ਮੀਡੀਅਮ ਬੁੱਕਸ ਦੀ ਤੁਹਾਨੂੰ PDF ਮਿਲ ਜੂਗੀ। ਸੋ ਇਹ ਨਹੀਂ ਕਿ ਤੁਹਾਨੂੰ ਖਰੀਦਣੀ ਪਊਗੀ ਬੁੱਕ, PDF ਸੌਫਟ ਕਾਪੀ ਸਾਰੀਆਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਬੁੱਕਸ ਦੀ ਇੰਗਲਿਸ਼ ਮੀਡੀਅਮ ਬੁੱਕਸ ਦੀ ਅਵੇਲੇਬਲ ਹੈ ਆਨਲਾਈਨ। ਸੋ ਉੱਥੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ ਤੇ ਕੰਪਿਊਟਰ ਦੀ ਬਹੁਤ ਵਧੀਆ ਥਿਊਰੀ ਦਿੱਤੀ ਹੋਈ ਹੈ। ਕਾਫੀ ਸਾਰੇ ਪੇਪਰਾਂ ਵਿੱਚ ਮੈਂ ਦੇਖਿਆ ਈਵਨ ਜੀਓਗ੍ਰਾਫੀ ਦੀਆਂ ਕਿਤਾਬਾਂ ਹੋ ਗਿਆ, ਸੋਸ਼ਲ ਸਾਇੰਸ ਦੀਆਂ, ਉਹਨਾਂ ਦੇ ਅੰਦਰ ਜਿਵੇਂ ਪੰਜਾਬ GK ਦੇ ਕੁਝ ਟੌਪਿਕਸ ਨੇ, ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਜਿਹੜੀਆਂ ਇੰਗਲਿਸ਼ ਮੀਡੀਅਮ ਦੀਆਂ ਕਿਤਾਬਾਂ ਨੇ ਡਾਇਰੈਕਟਲੀ ਪੰਜਾਬ ਦੇ ਅਲੱਗ-ਅਲੱਗ ਪੇਪਰਾਂ ਦੇ ਵਿੱਚ ਉੱਥੋਂ ਹੀ ਕੁਐਸਚਨ ਪਾਏ ਜਾਂਦੇ ਨੇ। ਸੋ ਕਈ ਵਾਰੀ ਕੀ ਹੁੰਦਾ ਆਪਾਂ ਸਾਰੇ ਸੋਰਸਿਸ ਪੜ੍ਹ ਲੈਂਦੇ ਹਾਂ, ਜਿਵੇਂ ਪੰਜਾਬ GK ਹੋ ਗਈ, ਆਪਾਂ ਨੇ ਸਾਡਾ ਪੰਜਾਬ ਪੜ੍ਹ ਲਈ, ਕੋਈ ਹੋਰ ਬੁੱਕ ਪੜ੍ਹ ਲਈ, ਨੋਟਸ ਪੜ੍ਹ ਲਏ ਕਿਸੇ ਇੰਸਟੀਚਿਊਟ ਦੇ, ਫਿਰ ਵੀ ਪੇਪਰ 'ਚ ਇਹੋ ਜਿਹੇ ਕੁਐਸਚਨ ਆਉਂਦੇ ਨੇ ਜੋ ਆਪਾਂ ਪਹਿਲੀ ਵਾਰੀ ਦੇਖੇ ਹੁੰਦੇ ਨੇ। ਉਹ ਕੁਐਸਚਨ ਹੋਰ ਕਿਤੋਂ ਨਹੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਇੰਗਲਿਸ਼ ਮੀਡੀਅਮ ਦੇ ਕਿਤਾਬਾਂ 'ਚ ਆਏ ਹੋਏ ਨੇ। ਸੋ ਉਹ ਬੁੱਕਸ ਤੁਸੀਂ ਫੋਲੋ ਕਰ ਸਕਦੇ ਹੋ, ਸਾਰਿਆਂ ਦੀ PDF ਆਨਲਾਈਨ ਅਵੇਲੇਬਲ ਹੈ। ਲਾਸਟ ਵਿੱਚ ਹੈ ਇੰਗਲਿਸ਼ ਸੇਮ ਜਿਹੜੀ ਮੈਂ ਤੁਹਾਨੂੰ ਸਟ੍ਰੈਟਜੀ ਪੰਜਾਬੀ ਲਈ ਦੱਸੀ ਹੈ। ਪਹਿਲੇ ਨੰਬਰ ਤੇ ਤਾਂ ਤੁਸੀਂ 1 by 1 ਇੱਕ ਟੌਪਿਕ ਵਾਈਜ਼ ਗ੍ਰਾਮਰ ਦੇ ਰੂਲਸ ਤਿਆਰ ਕਰਨੇ ਨੇ। ਫਿਰ ਕੋਈ ਵੀ ਰਿਲਾਇਬਲ ਇੱਕ ਗ੍ਰਾਮਰ ਦੀ ਬੁੱਕ ਤੁਸੀਂ ਲੈ ਸਕਦੇ ਹੋ, 12th ਕਲਾਸ ਤੱਕ ਦੀ ਲੈ ਲਓ, 9 to 12th ਦੀ ਕੋਈ ਵੀ, ਜਾਂ ਫਿਰ ਤੁਸੀਂ ਇੱਕ ਹੋਰ ਬੁੱਕ ਆਉਂਦੀ ਹੈ ਜਿਹਦੇ ਵਿੱਚ ਆਲਮੋਸਟ ਸਾਰੇ ਰੂਲਸ ਬਹੁਤ ਹੀ ਵਧੀਆ ਤਰੀਕੇ ਨਾਲ ਦੱਸੇ ਹੋਏ ਨੇ, ਰੈਨ ਐਂਡ ਮਾਰਟਿਨ ਦੀ। ਸੋ ਰੈਨ ਐਂਡ ਮਾਰਟਿਨ ਦੀ ਜਿਹੜੀ ਬੁੱਕ ਹੈ ਇਹ ਕੰਪੀਟੀਟਿਵ ਐਗਜ਼ਾਮ ਦੇ ਲਈ ਵਨ ਆਫ ਦਾ ਬੈਸਟ ਬੁੱਕ ਮੰਨੀ ਜਾਂਦੀ ਹੈ। ਸੋ ਤੁਸੀਂ ਇਹ ਲੈ ਸਕਦੇ ਹੋ, ਜਾਂ ਫਿਰ ਜੇ ਤੁਸੀਂ ਜ਼ਿਆਦਾ ਇੰਗਲਿਸ਼ ਉੱਤੇ ਨਹੀਂ ਫੋਕਸ ਦੇਣਾ, ਤੁਸੀਂ ਬਾਕੀ ਸਬਜੈਕਟ ਨੂੰ ਚੰਗੀ ਤਰ੍ਹਾਂ ਤਿਆਰ ਕਰਨਾ, ਤਾਂ ਤੁਸੀਂ ਇੱਕ ਵਾਰੀ ਆਨਲਾਈਨ ਹੀ ਨੈਟ ਤੇ ਸਿੱਧਾ ਗੂਗਲ ਤੇ ਸਰਚ ਕਰੋ 1 by 1 ਟੌਪਿਕ, ਇਹਨਾਂ ਦੇ ਰੂਲਸ ਕਰਨ ਤੋਂ ਬਾਅਦ ਪ੍ਰੀਵੀਅਸ ਈਅਰ ਪੇਪਰ ਜਾਂ ਫਿਰ PSSB ਹੋ ਗਿਆ ਜਾਂ ਪੰਜਾਬ ਪੁਲਿਸ ਦੇ ਕੋਈ PPSC ਦੇ CSAT ਹੋ ਗਿਆ, ਜਿਵੇਂ ਪੰਜਾਬ PCS ਦਾ ਜਿਹੜਾ ਪੇਪਰ ਹੁੰਦਾ ਉਹਦੇ CSAT ਦੇ ਵਿੱਚ ਕੁਝ ਕੁਐਸਚਨ ਹੁੰਦੇ ਨੇ ਇੰਗਲਿਸ਼ ਤੇ ਪੰਜਾਬੀ ਦੇ, ਉਹ ਤੁਸੀਂ ਦੇਖ ਸਕਦੇ ਹੋ। ਸੋ ਟਰਾਈ ਕਰੋ ਕਿ ਪੰਜਾਬ ਸਟੇਟ ਦੇ ਪ੍ਰੀਵੀਅਸ ਈਅਰ ਪੇਪਰ ਦੇ ਵਿੱਚੋਂ ਤੁਸੀਂ ਲੈਂਗੁਏਜ ਦਾ ਪੋਰਸ਼ਨ ਜ਼ਰੂਰ ਇੱਕ ਵਾਰੀ ਦੇਖ ਕੇ ਜਾਓ, ਕਿਉਂਕਿ ਕਾਫੀ ਵਾਰੀ ਦੇਖਿਆ ਗਿਆ ਕਿ ਕੁਐਸਚਨਸ ਰਿਪੀਟ ਹੁੰਦੇ ਨੇ। ਬਾਕੀ ਜੇ ਤੁਹਾਨੂੰ ਕੋਈ ਵੀ ਹੋਰ ਕੁਐਰੀ ਹੈ ਜਾਂ ਤੁਸੀਂ ਕੋਈ ਨੋਟਸ ਬਾਏ ਕਰਨੇ ਨੇ, ਜਨਰਲ ਅਵੇਅਰਨੈਸ ਦੇ ਜਿਹੜੇ ਸਬਜੈਕਟਸ ਨੇ ਉਹਨਾਂ ਦੇ ਨਾਲ ਰਿਲੇਟਡ ਜਿਵੇਂ ਨੋਟਸ ਵੀ ਅਵੇਲੇਬਲ ਨੇ, ਤੁਹਾਨੂੰ ਵੀਡੀਓ ਲੈਕਚਰ ਵੀ ਮਿਲ ਜਾਣਗੇ। ਬਾਕੀ ਇੱਕ ਵਾਰੀ ਜਦੋਂ ਅਫੀਸ਼ੀਅਲ ਨੋਟੀਫਿਕੇਸ਼ਨ ਆ ਗਈ ਫਿਰ ਮੈਂ ਕੋਰਸ ਵੀ ਜ਼ਰੂਰ ਲਾਂਚ ਕਰੂੰਗੀ। So for any query or to buy notes, you can send email on legalvictor02896@gmail.com, or you can do one more thing, follow Instagram page Victor's Knowledge and send direct message there. I'll take up your queries. So this was all about today's important strategy session. Thank you and good luck.